ਬੋਲੋ ਕ੍ਰਿਸ਼ਨ ਭਗਵਾਨ ਕੀ ਜੈ। ਇੱਕ ਨਗਰ ਵਿੱਚ ਇੱਕ ਬੁੜੀ ਮਾਂ ਰਹਿੰਦੀ ਸੀ। ਉਹ ਕਾਰਤਕ ਮਹੀਨੇ ਵਿੱਚ ਸ਼ਾਲੀਗ੍ਰਾਮ ਦੀ ਪੂਜਾ ਕਰਦੀ ਸੀ। ਭਗਵਾਨ ਦੇ ਅਲੱਗ-ਅਲੱਗ ਰੂਪ ਹੈ। ਜੋ ਵੀ ਸੱਚੇ ਮਨ ਨਾਲ ਸੇਵਾ ਕਰਦਾ ਹੈ ਉਸ ਨੂੰ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ। ਉਹ ਹਰ ਰੋਜ਼ ਸ਼ਾਲੀਗ੍ਰਾਮ ਦੀ ਸੇਵਾ ਕਰਦੀ ਸੀ। ਕਾਰਤਕ ਦਾ ਇਸ਼ਨਾਨ ਕਰਨ ਲਈ ਉਹ ਗੰਗਾ ਜੀ ਜਾਂਦੀ ਸੀ। ਉਹ ਆਪਣੀ ਪੜੋਸਣ ਨੂੰ ਪੁੱਛਦੀ ਹੈ ਕਿ 1 ਮਹੀਨੇ ਵਾਸਤੇ ਤੂੰ ਸ਼ਾਲੀਗ੍ਰਾਮ ਆਪਣੇ ਘਰ ਰੱਖ ਕੇ ਸੇਵਾ ਕਰ ਲੈ। ਜਦੋਂ ਤੱਕ ਮੈਂ ਨਹੀਂ ਆਉਂਦੀ ਪੜੋਸਣ ਇਹ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਮੈਨੂੰ ਭਗਵਾਨ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਸ ਨੇ ਕਦੇ ਕਿਸੇ ਦੀ ਸੇਵਾ ਨਹੀਂ ਸੀ ਕੀਤੀ। ਉਸ ਨੇ ਹਾਂ ਕਰ ਦਿੱਤੀ। ਔਰ ਥੋੜ੍ਹੀ ਦੇਰ ਬਾਅਦ ਉਹ ਚਿੰਤਾ ਕਰਨ ਲੱਗ ਪਈ ਕਿ ਮੈਂ ਤਾਂ ਪਹਿਲਾਂ ਕਿਸੇ ਭਗਵਾਨ ਦੀ ਸੇਵਾ ਨਹੀਂ ਕੀਤੀ। ਉਹ ਬੁੜੀ ਨੂੰ ਪੁੱਛਦੀ ਕਿ ਸੇਵਾ ਵਿੱਚ ਕੀ ਕੰਮ ਕਰਨੇ ਪੈਂਦੇ ਹਨ। ਅਤੇ ਬੁੜੀ ਮਾਤਾ ਨੇ ਕਿਹਾ, ਕੁਝ ਨਹੀਂ ਕਰਨਾ, ਸਿਰਫ ਸਵੇਰੇ ਜਦੋਂ ਤੂੰ ਉੱਠਣਾ ਅਤੇ ਸ਼ਾਲੀਗ੍ਰਾਮ ਜੀ ਨੂੰ ਵੀ ਉਠਾ ਦੇਣਾ ਅਤੇ ਨਦੀ ਵਿੱਚੋਂ 1 ਲੋਟਾ ਪਾਣੀ ਦਾ ਭਰ ਕੇ ਲੈ ਆਉਣਾ। ਆਉਂਦੇ ਸਮੇਂ ਬਗੀਚੇ ਵਿੱਚੋਂ ਫੁੱਲ ਅਤੇ ਤੁਲਸੀ ਦੇ ਪੱਤੇ ਵੀ ਲੈ ਆਉਣਾ। ਭਗਵਾਨ ਨੂੰ ਜਲ ਅਤੇ ਕੱਚੇ ਦੁੱਧ ਨਾਲ ਇਸ਼ਨਾਨ ਕਰਾ ਦੇਣਾ। ਚੰਦਨ ਦਾ ਟਿੱਕਾ ਲਗਾ ਕੇ ਫੁੱਲ ਔਰ ਤੁਲਸੀ ਚੜ੍ਹਾ ਦੇਣਾ। ਜਦ ਦੁੱਧ ਗਰਮ ਕਰੇ ਅਤੇ ਦੁੱਧ ਦਾ ਭੋਗ ਲਗਾ ਦੇਣਾ। ਫਿਰ ਦੁਪਹਿਰ ਵੇਲੇ ਜੋ ਵੀ ਭੋਜਨ ਬਣਾਏ ਉਸ ਦਾ ਭੋਗ ਲਗਾ ਦੇਣਾ। ਸ਼ਾਮ ਨੂੰ ਦੀਵਾ ਜਗਾ ਕੇ ਰਾਤ ਨੂੰ ਸੌਣ ਲੱਗੇ ਸ਼ਾਲੀਗ੍ਰਾਮ ਜੀ ਨੂੰ ਵੀ ਸਲਾਹ ਦੇਣਾ। ਬਸ ਇਸੇ ਹੀ ਪੂਜਾ ਕਰਨੀ ਹੈ। ਇਹੀ ਸੇਵਾ ਹੈ। ਇਹ ਸਭ ਕੁਝ ਬੋਲ ਕੇ ਪੜੋਸਣ ਨੂੰ ਸਮਝਾ ਕੇ ਉਹ ਗੰਗਾ ਇਸ਼ਨਾਨ ਕਰਨ ਚਲੀ ਜਾਂਦੀ ਹੈ। ਪੜੋਸਣ ਹਰ ਰੋਜ਼ ਸਵੇਰੇ ਜਲਦੀ ਉੱਠਦੀ ਅਤੇ ਬੁੜੀ ਦੇ ਕਹੇ ਅਨੁਸਾਰ ਭਗਵਾਨ ਜੀ ਨੂੰ ਆਵਾਜ਼ ਲਗਾਉਂਦੀ ਕਿ ਸ਼ਾਲੀਗ੍ਰਾਮ ਜੀ ਉੱਠ ਜਾਓ, ਸਵੇਰਾ ਹੋ ਗਿਆ ਹੈ, ਅਤੇ ਆਪਣਾ ਕੰਮ ਕਰਨ ਲੱਗ ਜਾਂਦੀ। ਸਵੇਰੇ ਨਦੀ ਵਿੱਚੋਂ ਪਾਣੀ ਦਾ ਲੋਟਾ ਭਰ ਕੇ ਲੈ ਆਉਂਦੀ। ਆਪ ਇਸ਼ਨਾਨ ਕਰਕੇ ਰਸਤੇ ਵਿੱਚੋਂ ਬਗੀਚੇ ਵਿੱਚੋਂ ਤਾਜ਼ੇ ਫੁੱਲ ਅਤੇ ਤੁਲਸੀ ਵੀ ਤੋੜ ਕੇ ਲੈ ਆਉਂਦੀ। ਘਰ ਆ ਕੇ ਭਗਵਾਨ ਨੂੰ ਕੱਚੇ ਦੁੱਧ ਅਤੇ ਸ਼ੁੱਧ ਜਲ ਦੇ ਨਾਲ ਇਸ਼ਨਾਨ ਕਰਾ ਕੇ ਚੰਦਨ ਲਗਾ ਕੇ ਫੁੱਲ ਔਰ ਤੁਲਸੀ ਚੜ੍ਹਾ ਕੇ ਜਦ ਦੁੱਧ ਗਰਮ ਕਰਕੇ 1 ਗਿਲਾਸ ਭਰ ਕੇ ਦੁੱਧ ਦਾ ਭਗਵਾਨ ਜੀ ਅੱਗੇ ਰੱਖ ਕੇ ਬੋਲ ਦਿੰਦੀ ਕਿ ਦੁੱਧ ਪੀ ਲਓ, ਔਰ ਖਾਣਾ ਬਣਾਉਣ ਲੱਗ ਜਾਂਦੀ। ਖਾਣਾ ਬਣਾ ਕੇ ਜਦ ਉਹ ਵਿਹਲੀ ਹੋ ਕੇ ਆਉਂਦੀ ਤਾਂ ਉਹ ਖਾਣਾ ਲੈ ਕੇ ਭਗਵਾਨ ਵਾਸਤੇ ਲੈ ਆਉਂਦੀ। ਦੇਖਦੀ ਹੈ ਕਿ ਦੁੱਧ ਤਾਂ ਉਸੇ ਤਰ੍ਹਾਂ ਹੀ ਪਿਆ ਹੈ। ਭਗਵਾਨ ਨੇ ਦੁੱਧ ਨਹੀਂ ਪੀਤਾ। ਉਹ ਸੋਚਦੀ ਹੈ ਕਿ ਹੋ ਸਕਦਾ ਹੈ ਉਹ ਦੁੱਧ ਥੋੜ੍ਹਾ ਲੇਟ ਪੀਂਦੇ ਹੋਣ, ਸ਼ਾਇਦ ਇਹ ਖਾਣੇ ਨਾਲ ਹੀ ਇਕੱਠਾ ਖਾਂਦੇ ਹੋਣ। ਭਗਵਾਨ ਇਕੱਲਾ ਦੁੱਧ ਨਾ ਪੀਂਦੇ ਹੋਣ ਤਾਂ ਭੋਗ ਵੀ ਲਗਾ ਦਿੰਦੀ ਹਾਂ। ਜਦੋਂ ਉਹ ਭੋਗ ਦੀ ਥਾਲੀ ਰੱਖ ਕੇ ਚਲੇ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਭਗਵਾਨ ਜੀ ਦੁੱਧ ਵੀ ਪੀ ਲੈਣਾ ਅਤੇ ਭੋਗ ਵੀ ਲਗਾ ਲੈਣਾ। ਫਿਰ ਉਹ ਆਪਣਾ ਕੰਮ ਕਰਨ ਲੱਗ ਜਾਂਦੀ ਹੈ। ਜਦੋਂ ਉਹ ਕੰਮ ਕਰਕੇ ਦੇਖਦੀ ਹੈ ਕਿ ਭਗਵਾਨ ਜੀ ਨੇ ਤਾਂ ਅਜੇ ਕੁਝ ਨਹੀਂ ਖਾਧਾ, ਮੈਂ ਵੀ ਦੇਖਦੀ ਹੈ ਕਿ ਭਗਵਾਨ ਨੇ ਕੁਝ ਖਾਧਾ ਹੈ ਅਤੇ ਮੈਂ ਵੀ ਖਾ ਲਵਾਂ। ਇੰਨੀ ਗੱਲ ਸੁਣ ਕੇ ਚਲੇ ਜਾਂਦੀ ਹੈ। ਫਿਰ ਆ ਕੇ ਦੇਖਦੀ ਹੈ ਕਿ ਨਾ ਤਾਂ ਭਗਵਾਨ ਨੇ ਦੁੱਧ ਪੀਤਾ ਅਤੇ ਨਾ ਹੀ ਭੋਜਨ ਖਾਧਾ। ਫਿਰ ਉਹ ਇਸ ਗੱਲ ਦੀ ਬਹੁਤ ਚਿੰਤਾ ਕਰਨ ਲੱਗ ਜਾਂਦੀ ਹੈ ਕਿ ਅੱਜ ਤਾਂ ਪਹਿਲਾ ਦਿਨ ਸੀ। ਇਸ ਦੀ ਮਾਲਕਣ ਆ ਕੇ ਮੈਨੂੰ ਪੁੱਛੇਗੀ ਕਿ ਤੂੰ ਤਾਂ ਮੇਰੇ ਭਗਵਾਨ ਜੀ ਨੂੰ ਕਮਜ਼ੋਰ ਕਰ ਦਿੱਤਾ। ਔਰ ਭਗਵਾਨ ਦੇ ਅੱਗੇ ਆ ਕੇ ਪ੍ਰਾਰਥਨਾ ਕਰਦੀ ਹੈ ਕਿ ਭਗਵਾਨ ਜੀ ਆਪ ਕੁਝ ਖਾ ਲਓ ਅਤੇ ਫਿਰ ਮੈਂ ਖਾਵਾਂਗੀ, ਨਹੀਂ ਤਾਂ ਭੁੱਖੀ ਬੈਠੀ ਰਹਾਂਗੀ। ਥੋੜ੍ਹੀ ਦੇਰ ਬਾਅਦ ਉਹ ਮਗਰੋਂ ਆ ਕੇ ਭਗਵਾਨ ਦੇ ਅੱਗੇ ਪ੍ਰਾਰਥਨਾ ਕਰਦੀ ਰਹਿੰਦੀ ਕਿ ਆਪ ਭੋਗ ਲਗਾ ਲਓ ਅਤੇ ਮੈਂ ਵੀ ਕੁਝ ਖਾ ਲਊਂ, ਫਿਰ ਮੈਂ ਵੀ ਕੁਝ ਖਾ ਲਊਂਗੀ। ਇਸ ਤਰ੍ਹਾਂ ਕਰਦੇ ਸ਼ਾਮ ਹੋ ਜਾਂਦੀ ਹੈ ਅਤੇ ਸ਼ਾਲੀਗ੍ਰਾਮ ਸੋਚਣ ਲੱਗੇ ਅਤੇ ਹੁਣ ਤਾਂ ਖਾਣਾ ਹੀ ਪਵੇਗਾ, ਨਹੀਂ ਤੇ ਇਹ ਵੀ ਕੁਝ ਨਹੀਂ ਖਾਵੇਗੀ ਅਤੇ ਭੁੱਖੀ ਮਰ ਜਾਵੇਗੀ। ਇਸ ਦੀ ਹੱਤਿਆ ਦਾ ਪਾਪ ਮੈਨੂੰ ਲੱਗੇਗਾ। ਮੈਨੂੰ ਦਰਸ਼ਨ ਦੇਣੇ ਹੀ ਪੈਣਗੇ
ਭਗਵਾਨ ਇੱਕ ਬੱਚੇ ਦੇ ਰੂਪ ਵਿੱਚ ਪੀਲੇ ਵਸਤਰ ਪਹਿਨ ਮੋਰ ਮੁਕਟ ਲਗਾ ਕੇ ਇੱਕ ਚੌਂਕੀ ਪਰ ਬੈਠ ਜਾਂਦੇ ਹਨ ਤੇ ਕਹਿੰਦੇ ਹਨ, मैया मैया मेरे को भोग लगा दे और ਦੁੱਧ ਵੀ ਪਿਲਾ ਦੇ। ਔਰ ਭਗਵਾਨ ਦੁੱਧ ਵੀ ਪੀ ਲੈਂਦੇ ਹਨ ਤੇ ਭੋਜਨ ਵੀ ਖਾ ਲੈਂਦੇ ਹਨ ਤੇ ਬੁੜੀਆ ਬਹੁਤ ਹੀ ਖੁਸ਼ ਹੁੰਦੀ ਹੈ। ਇਸਾ ਕਰਦੇ ਕਰਦੇ ਕਈ ਦਿਨ ਨਿਕਲ ਜਾਂਦੇ ਹਨ। ਇੱਕ ਦਿਨ ਭਗਵਾਨ ਜੀ ਕਹਿਣ ਲੱਗੇ ਕਿ मैया मैया ਮੈਂ ਤਾਂ ਬੈਠਾ ਬੈਠਾ ਥੱਕ ਜਾਂਦਾ ਹਾਂ, ਮੈਂ ਗਊਆਂ ਚਰਾਉਣ ਜਾ ਰਿਹਾ ਹਾਂ। ਉਹ ਕਹਿਣ ਲੱਗੀ ਕਿ ਥੋੜ੍ਹੇ ਦਿਨ ਹੋਰ ਰਹਿ ਗਏ ਕਿਉਂ ਜਾ ਰਹੇ ਹੋ ਗਊਆਂ ਚਰਾਉਣ? ਪਰ ਭਗਵਾਨ ਨਹੀਂ ਮੰਨੇ। ਉਹ ਗਾਈਆਂ ਚਰਾਉਣ ਲਈ ਤਿਆਰ ਹੋ ਜਾਂਦੇ ਹਨ। ਹੱਥ ਵਿੱਚ ਸੋਨੇ ਦੀ ਲਾਠੀ, ਕੰਧੇ ਉੱਤੇ ਹੀਰਾ ਮੋਤੀਆਂ ਨਾਲ ਜੜਿਆ ਹੋਇਆ ਪੀਲੇ ਵਸਤਰ ਪਹਿਨ ਕੇ ਗਊਆਂ ਚਰਾਉਣ ਚਲੇ ਜਾਂਦੇ ਹਨ। ਰੋਜ਼ ਦਿਨ ਸ਼ਾਮ ਨੂੰ ਗਊਆਂ ਚਰਾ ਕੇ ਵਾਪਸ ਲੈ ਆਉਂਦੇ ਹਨ। ਐਸੇ ਹਰ ਰੋਜ਼ ਹੋਣ ਲੱਗਾ। ਭਗਵਾਨ ਰੋਜ਼ ਦੁੱਧ ਪੀ ਕੇ ਗਾਈਆਂ ਨੂੰ ਚਰਾਉਣ ਚਲੇ ਜਾਂਦੇ। ਇਸੇ ਤਰ੍ਹਾਂ 1 ਮਹੀਨਾ ਬੀਤ ਜਾਂਦਾ ਹੈ। ਬੁੜੀਆ ਮਾਤਾ ਵੀ ਗੰਗਾ ਇਸ਼ਨਾਨ ਕਰਕੇ ਆਪਣੇ ਘਰ ਆ ਜਾਂਦੀ ਹੈ। ਇਸ਼ਨਾਨ ਸਭ ਕੁਝ ਕਰਕੇ ਬੁੜੀ ਸੋਚਦੀ ਹੈ ਕਿ ਮੈਂ ਪੜੋਸਣ ਦੇ ਘਰ ਜਾ ਕੇ ਸ਼ਾਲੀਗ੍ਰਾਮ ਨੂੰ ਲੈ ਆਵਾਂ। ਪੜੋਸਣ ਨੂੰ ਕਹਿੰਦੀ ਹੈ ਕਿ ਮੇਰਾ ਸ਼ਾਲੀਗ੍ਰਾਮ ਦੇ ਦੇ। ਤਾਂ ਮੈਂ ਪੜੋਸਣ ਕਹਿੰਦੀ ਹੈ ਕਿ ਸ਼ਾਲੀਗ੍ਰਾਮ ਤਾਂ ਗਾਈਆਂ ਚਰਾਉਣ ਗਏ ਹਨ, ਸ਼ਾਮ ਨੂੰ ਘਰ ਆਉਣਗੇ ਤੇ ਫਿਰ ਤੂੰ ਲੈ ਜਾਣਾ। ਬੁੱਢੀ ਮਾਂ ਨੂੰ ਕੁਝ ਸਮਝ ਨਹੀਂ ਆਈ ਤੇ ਉਸਨੇ ਕਿਹਾ ਕਿ ਤੂੰ ਤਾਂ ਮੇਰੇ ਸ਼ਾਲੀਗ੍ਰਾਮ ਹੁਣੇ ਦੇ, ਮੈਂ ਲੈ ਕੇ ਜਾਣਾ। ਉਹ ਆਪਸ ਵਿੱਚ ਲੜਾਈ ਝਗੜਾ ਕਰਨ ਲੱਗ ਪਈਆਂ। ਸਾਰੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਤੇ ਪੜੋਸਣ ਬੋਲਦੀ ਹੈ ਕਿ ਉਸ ਨੂੰ ਸਮਝਾਓ। ਲੋਕਾਂ ਨੂੰ ਕਹਿੰਦੀ ਹੈ ਕਿ ਬੁੜੀਆ ਪਾਗਲ ਹੋ ਗਈ ਹੈ, ਇਸ ਨੂੰ ਸਮਝਾਓ। ਜਿੱਥੇ 1 ਮਹੀਨਾ ਨਿਕਲ ਗਿਆ, ਸ਼ਾਮ ਤੱਕ ਵੀ ਸਬਰ ਕਰ ਲਵੇ। ਸ਼ਾਮ ਨੂੰ ਸ਼ਾਲੀਗ੍ਰਾਮ ਜੀ ਆਉਣਗੇ ਤੇ ਮੈਂ ਖੁਦ ਹੀ ਦੇ ਦਊਂਗੀ। ਬੁੜੀ ਬਹੁਤ ਗੁੱਸੇ ਵਿੱਚ ਹੁੰਦੀ ਹੈ ਕਿ ਜਿੰਨਾ ਚਿਰ ਤੂੰ ਮੇਰੇ ਸ਼ਾਲੀਗ੍ਰਾਮ ਨਾ ਦਿੱਤਾ, ਮੈਂ ਇੱਥੇ ਹੀ ਬੈਠੀ ਰਹਿਣਾ। ਤੂੰ ਤੇ ਪਤਾ ਨਹੀਂ ਕਿੱਥੇ ਲੁਕੋ ਕੇ ਰੱਖੇ ਹਨ ਜੋ ਮੈਨੂੰ ਦੇ ਨਹੀਂ ਰਹੀ। ਪੜੋਸਣ ਉਸਦੇ ਬਾਰ-ਬਾਰ ਸਮਝਾਉਂਦੀ ਹੈ ਕਿ ਸ਼ਾਮ ਨੂੰ ਸ਼ਾਲੀਗ੍ਰਾਮ ਜੀ ਗਊਆਂ ਚਰਾ ਕੇ ਆਉਣਗੇ, ਫਿਰ ਤੂੰ ਲੈ ਜਾਣਾ। ਕੋਈ ਵੀ ਉਸ ਦੀ ਬਾਤ ਨਹੀਂ ਸਮਝਦਾ, ਕਿਸੇ ਦੀ ਵੀ ਉਹ ਬਾਤ ਨਹੀਂ ਸਮਝਦੀ। ਜਦ ਸ਼ਾਮ ਹੋ ਜਾਂਦੀ ਹੈ ਤੇ ਭਗਵਾਨ ਜੀ ਗਊਆਂ ਚਰਾ ਕੇ ਆ ਜਾਂਦੇ ਹਨ ਤੇ ਮੰਦਰ ਵਿੱਚ ਬਿਰਾਜ ਹੋ ਜਾਂਦੇ ਹਨ। ਤਾਂ ਪੜੋਸਣ ਨੇ ਕਿਹਾ ਕਿ ਤੂੰ ਆ ਕੇ ਆਪਣੇ ਸ਼ਾਲੀਗ੍ਰਾਮ ਨੂੰ ਲੈ ਜਾਓ। ਇਹ ਸਭ ਸੁਣ ਕੇ ਪੜੋਸਣ ਨੂੰ ਸਮਝ ਆ ਗਈ। ਪੜੋਸਣ ਨੇ ਕਿਹਾ ਕਿ ਆ ਕੇ ਲੈ ਜਾਓ ਭਗਵਾਨ ਜੀ। ਇਹ ਸੁਣ ਕੇ ਪੜੋਸਣ ਨੂੰ ਸਮਝ ਆ ਗਈ ਤੇ ਖੁਸ਼ੀ ਨਾਲ ਉਹਦੀਆਂ ਅੱਖਾਂ ਵਿੱਚ ਆਂਸੂ ਆ ਗਏ ਤੇ ਭਗਵਾਨ ਨੇ ਉਸ ਨੂੰ ਸਾਕਸ਼ਾਤ ਦਰਸ਼ਨ ਦਿੱਤੇ। ਉਹ ਭਗਵਾਨ ਦੇ ਸਾਹਮਣੇ ਹੱਥ ਜੋੜ ਕੇ ਪ੍ਰਾਰਥਨਾ ਕੀਤੀ। ਪੜੋਸਣ ਨੇ ਬੋਲੀ ਕਿ ਭਗਵਾਨ ਜੀ, ਬੁੜੀ ਮਾਤਾ ਨੂੰ ਵੀ ਦਰਸ਼ਨ ਦੇ ਦਿਓ, ਨਹੀਂ ਤਾਂ ਉਹ ਮੇਰੇ 'ਤੇ ਵਿਸ਼ਵਾਸ ਨਹੀਂ ਕਰੇਗੀ। ਤੇ ਭਗਵਾਨ ਜੀ ਪੜੋਸਣ ਦੀ ਗੱਲ ਮੰਨ ਕੇ ਆਪਣੇ ਅਸਲੀ ਰੂਪ ਵਿੱਚ ਆ ਜਾਂਦੇ ਹਨ ਤਾਂ ਬੁੜੀ ਮਾਤਾ ਨੂੰ ਦਰਸ਼ਨ ਦਿੰਦੇ ਹਨ। ਬੁੜੀ ਮਈਆ ਦੇਖ ਕੇ ਹੈਰਾਨ ਹੋ ਜਾਂਦੀ ਹੈ ਤੇ ਕੰਬਣੇ ਲੱਗ ਜਾਂਦੀ ਹੈ। ਫਿਰ ਬੁੜੀ ਮਾਂ ਭਗਵਾਨ ਔਰ ਪੜੋਸਣ ਦੋਨਾਂ ਦੇ ਪੈਰੀਂ ਹੱਥ ਲਾ ਕੇ ਮਾफ़ੀ ਮੰਗਦੀ ਹੈ ਤੇ ਕਹਿੰਦੀ ਹੈ ਕਿ ਮੈਂ ਤਾਂ ਇੰਨੇ ਦਿਨਾਂ ਤੱਕ ਸੇਵਾ ਕਰਦੀ ਰਹੀ, ਮੇਰੇ ਨੂੰ ਤੇ ਭਗਵਾਨ ਨੇ ਦਰਸ਼ਨ ਨਹੀਂ ਦਿੱਤੇ। ਤੂੰ ਤਾਂ 1 ਮਹੀਨਾ ਭਗਵਾਨ ਦੀ ਸੇਵਾ ਕੀਤੀ ਤੇ ਭਗਵਾਨ ਨੇ ਤੈਨੂੰ ਦਰਸ਼ਨ ਦੇ ਦਿੱਤੇ, ਕਿਉਂਕਿ ਮੈਂ ਤਾਂ ਭਗਵਾਨ ਨੂੰ ਮੂਰਤੀ ਸਮਝ ਕੇ ਹੀ ਸੇਵਾ ਕਰਦੀ ਰਹੀ। ਸੱਚ ਵਿੱਚ ਤੂੰ ਸੱਚੇ ਦਿਲੋਂ ਭਗਵਾਨ ਜੀ ਦੀ ਸੇਵਾ ਕੀਤੀ, ਜੋ ਤੈਨੂੰ ਭਗਵਾਨ ਨੇ ਦਰਸ਼ਨ ਦਿੱਤੇ ਤੇ ਤੈਨੂੰ ਤੇਰੀ ਮਿਹਨਤ ਦਾ ਫਲ ਮਿਲਿਆ ਔਰ ਤੇਰੇ ਪੁੰਨ ਪ੍ਰਾਪਤ ਨਾਲ ਮੈਨੂੰ ਵੀ ਦਰਸ਼ਨ ਹੋ ਗਏ। ਹੇ ਭਗਵਾਨ, ਜਿਸ ਤਰ੍ਹਾਂ ਪੜੋਸਣ ਨੂੰ ਦਰਸ਼ਨ ਦਿੱਤੇ, ਇਸੇ ਤਰ੍ਹਾਂ ਬੁੜੀ ਮਾਂ ਨੂੰ ਵੀ ਦਰਸ਼ਨ ਦੇ ਦਿੱਤੇ ਤੇ ਇਹ ਕਹਾਣੀ ਇਸੇ ਤਰ੍ਹਾਂ ਸਾਰਿਆਂ ਨੂੰ ਦਰਸ਼ਨ ਦੇਣਾ। ਕਹਾਣੀ ਪੜ੍ਹਨ ਸੁਣਨ ਵਾਲੇ
ਸ਼ਰਧਾਲੂਆਂ ਦੀ ਕਾਮਨਾ ਪੂਰੀਆਂ ਕਰਨੀਆਂ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨਾ। ਜੈ ਸ਼੍ਰੀ ਕ੍ਰਿਸ਼ਨਾ, ਜੈ ਸ਼੍ਰੀ ਕ੍ਰਿਸ਼ਨਾ। ਮੇਰੇ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰਨਾ। ਅਗਲੀ ਵੀਡੀਓ ਵਿੱਚ ਫੇਰ ਮਿਲਦੇ ਹਾਂ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰੀ ਕਥਾ ਸੁਣਨ ਦਾ।